ਨਿੱਕੀ ਜਲਪਰੀ ਰਾਜਾ ਨੂੰ ਬਚਾਉਣ ਦੇ ਲਈ। ਇੱਕ ਵਾਰ ਪ੍ਰਿੰਸ ਐਡਵਰਡ ਅਤੇ ਜਲਪਰੀ ਰਾਜਕੁਮਾਰੀ ਆਰੀਆ ਇਕੱਠੇ ਇੱਕ ਜਹਾਜ਼ ਤੇ ਹਵਾ ਜਿੰਨੀ ਤੇਜ਼ ਅਤੇ ਲਹਿਰਾਂ ਤੋਂ ਵੀ ਉੱਚੀ ਕਿਸ਼ਤੀ ਚਲਾ ਰਹੇ ਸੀ। ਵੇਖੋ ਪਾਣੀ ਦਾ ਬਹਾ, ਕਿਸ਼ਤੀ ਚਲਾਣਾ ਮੇਰੀ ਪਸੰਦੀਦਾ ਚੀਜ਼ ਹੈ। ਐਡਵਰਡ ਅਤੇ ਆਰੀਆ ਬਹੁਤ ਵਾਰ ਨਵੀਆਂ ਥਾਵਾਂ ਦਾ ਪਤਾ ਲਾਉਣ ਦੇ ਲਈ ਇਕੱਠੇ ਸਫ਼ਰ ਕਰਿਆ ਕਰਦੇ ਸੀ ਜੋ ਪਹਿਲਾਂ ਕਿਸੇ ਨੇ ਨਹੀਂ ਵੇਖਿਆ ਸੀ। ਡੂੰਘੇ ਪਾਣੀ ਦੇ ਥੱਲੇ ਸਮੁੰਦਰੀ ਚੁੜੈਲ ਵੇਗਾ ਇੱਕ ਵਾਰ ਫਿਰ ਆਪਣੇ ਭਰਾ ਰਾਜਾ ਪੋਸਾਈਡਨ ਤੋਂ ਸਮੁੰਦਰੀ ਰਾਜ ਖੋਹਣ ਦੀ ਸੋਚ ਰਹੀ ਸੀ। ਉਸ ਦਾ ਸਹਾਇਕ ਸੱਪ ਗੁਫਾ ਵਿੱਚ ਕ੍ਰਿਸਟਲ ਮੋਤੀ ਦੇ ਕੋਲ ਆਇਆ ਅਤੇ ਹੌਲੇ ਜਿਹੇ ਉਸਨੇ ਉਸਨੂੰ ਆਪਣੇ ਸਿਰ ਨਾਲ ਛੋਹ ਲਿਆ ਅਤੇ ਫਿਰ ਮੋਤੀ ਨੇ ਜਾਦੂਗਰੀ ਨਾਲ ਉਸਨੂੰ ਉਹ ਸਭ ਵਿਖਾਇਆ ਜੋ ਸਮੁੰਦਰ ਵਿੱਚ ਹੋ ਰਿਹਾ ਸੀ। ਮੇਰੇ ਆਰੀਆ ਤੇ ਐਡਵਰਡ ਉਹ ਇੱਕ ਸਫ਼ਰ ਤੇ ਗਏ ਨੇ। ਵੇਗਾ ਇਹ ਸੁਣਦੇ ਹੀ ਉੱਥੇ ਆਈ। ਸੱਪ, ਮੈਂ ਤੈਨੂੰ ਕਿੰਨੀ ਵਾਰ ਕਿਹਾ ਮੇਰੇ ਜਾਦੂ ਦੇ ਕ੍ਰਿਸਟਲ ਮੋਤੀ ਨੂੰ ਹੱਥ ਨਹੀਂ ਲਾਣਾ। ਜਦੋਂ ਤੱਕ ਉਹ ਸਮੁੰਦਰ 'ਚ ਹਨ ਮੈਂ ਉਹਨਾਂ ਦੇ ਨਾਲ ਹਰ ਤਰ੍ਹਾਂ ਤੋਂ ਬੁਰਾ ਕਰ ਸਕਦੀ ਹਾਂ। ਮੇਰੇ ਆਕਾ, ਕੀ ਹੋਵੇਗਾ ਜੇ ਤੁਸੀਂ ਧਰਤੀ ਨੂੰ ਖਤਮ ਕਰ ਦਿਓ? ਸਮੁੰਦਰੀ ਚੁੜੈਲ ਵੇਗਾ ਨੇ ਸੱਪ ਨੇ ਜੋ ਕਿਹਾ ਉਸ ਦੇ ਬਾਰੇ ਸੋਚਿਆ ਅਤੇ ਮੈਂ ਸਮਝ ਗਈ, ਜੇ ਮੈਂ ਦੁਨੀਆ ਦੀ ਸਾਰੀ ਧਰਤੀ ਨੂੰ ਖਤਮ ਕਰ ਦਿਆਂ ਤਾਂ ਮੈਂ ਹਰ ਵੇਲੇ ਆਰੀਆ ਨੂੰ ਦੁੱਖ ਦੇ ਸਕਦੀ ਹਾਂ। ਵੇਖਦੀ ਹਾਂ ਫਿਰ ਰਾਜਕੁਮਾਰ ਅਤੇ ਬਾਕੀ ਇਨਸਾਨ ਕਦੋਂ ਤੱਕ ਪਾਣੀ ਦੇ ਅੰਦਰ ਰਹਿ ਸਕਦੇ ਨੇ। ਵੇਗਾ ਨੇ ਫੈਸਲਾ ਕੀਤਾ ਕਿ ਇਹ ਉਸ ਦੇ ਲਈ ਸਮੁੰਦਰ ਦੀ ਰਾਣੀ ਬਣਨ ਅਤੇ ਆਪਣੇ ਭਰਾ ਚੰਗੇ ਰਾਜਾ ਤੋਂ ਸਮੁੰਦਰੀ ਰਾਜ ਖੋਹਣ ਦਾ ਸਭ ਤੋਂ ਚੰਗਾ ਤਰੀਕਾ ਹੈ। ਵਕਤ ਨੂੰ ਬਿਨਾਂ ਬਰਬਾਦ ਕੀਤੇ ਉਸਨੇ ਸ਼ੈਵਾਲ ਪੇਪਰ ਤੇ ਆਪਣੀ ਵਿਸ਼ਵਾਸਘਾਤੀ ਯੋਜਨਾ ਦੇ ਲਈ ਜ਼ਰੂਰੀ ਸਮਾਨ ਨੂੰ ਲਿਖਿਆ। Dear Miss Little Mermaid, you don't know me yet. This is Vega. You all should be afraid. I'll follow you till the end. Snake, always stay awake. Watch Aria and Poseidon. Hope you won't make mistakes. I'm writing down my plans to destroy all the bands. One day I will have my freedom. Live in deep blue sea kingdom. Snake, be by my side. I will show you in detail how we go inside. ਇੱਧਰ ਜਹਾਜ਼ ਤੇ ਆਰੀਆ ਆਪਣੀ ਕੈਬਿਨ ਵਿੱਚ ਬੈਠੀ ਇੱਕ ਡਾਇਰੀ ਲਿਖ ਰਹੀ ਸੀ। ਪਿਆਰੀ ਡਾਇਰੀ, ਜਦੋਂ ਮੈਂ ਸਾਗਰ ਵਿੱਚ ਰਹਿ ਰਹੀ ਸੀ ਮੈਂ ਘੁੰਮਿਆ ਕਰਦੀ ਸੀ ਰੰਗੀਨ ਸਿੱਪੀਆਂ ਦੇ ਵਿੱਚ, ਸਮੁੰਦਰੀ ਘੋੜਿਆਂ ਦੇ ਪਿੱਛੇ ਸੀਪ ਨਾਲ ਗੁਨਗੁਨਾਉਂਦੇ ਹੋਏ, ਕੁਦਰਤੀ ਨਜ਼ਾਰਿਆਂ ਨੂੰ ਤਸਵੀਰਾਂ ਤੇ ਉਤਾਰਦੇ ਹੋਏ। ਮੈਨੂੰ ਉਹ ਸਭ ਯਾਦ ਆਉਂਦੇ ਹਨ। ਜਦੋਂ ਜਲਪਰੀ ਆਰੀਆ ਲਿਖ ਰਹੀ ਸੀ ਉਸਨੇ ਡੈਕ ਤੇ ਚਾਲਕ ਦਲ ਦੀਆਂ ਆਵਾਜ਼ਾਂ ਸੁਣੀਆਂ। ਇਹ ਖਤਮ ਹੋ ਗਿਆ, ਦੂਰ ਇੱਕ ਨਵੀਂ ਧਰਤੀ ਨਜ਼ਰ ਆਈ ਹੈ। ਆਰੀਆ ਇਹ ਖੁਸ਼ਖਬਰੀ ਸੁਣ ਕੇ ਬਹੁਤ ਖੁਸ਼ ਹੋਈ। ਉਹ ਪ੍ਰਿੰਸ ਐਡਵਰਡ ਨੂੰ ਲੱਭਣ ਦੇ ਲਈ ਜਾਣ ਵਾਲੀ ਸੀ, ਪਰ ਉਸ ਦਾ ਦੋਸਤ ਸੀਗਲ ਰਿੰਗੋ ਜਹਾਜ਼ ਦੀ ਬਾਰੀ ਦੇ ਠੀਕ ਸਾਹਮਣੇ ਆ ਗਿਆ। ਰਿੰਗੋ ਇੰਨੀ ਹੜਬੜੀ ਵਿੱਚ ਸੀ ਕਿ ਉਸਨੂੰ ਪਤਾ ਹੀ ਨਹੀਂ ਚੱਲਿਆ ਕਿ ਉਹ ਸਾਫ਼ ਕੱਚ ਦੀ ਬਾਰੀ ਵਿੱਚ ਟੱਕਰ ਮਾਰ ਰਿਹਾ ਹੈ। ਉਸਨੇ ਕਈ ਵਾਰ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਜਦ ਤੱਕ ਕਿ ਆਰੀਆ ਨੂੰ ਅਹਿਸਾਸ ਹੁੰਦਾ ਕਿ ਉਸਨੂੰ ਮਦਦ ਦੀ ਲੋੜ ਹੈ। ਰਿੰਗੋ, ਆ ਜਾ, ਤੂੰ ਇੰਨਾ ਪਰੇਸ਼ਾਨ ਨਜ਼ਰ ਆ ਰਿਹਾ ਹੈ, ਕੁਝ ਗੜਬੜ ਹੈ? ਮੇਰੀ ਰਾਜਕੁਮਾਰੀ ਪਿਆਰੀ ਆਰੀਆ, ਤੁਹਾਡੇ ਪਿਤਾ ਧਰਤੀ, ਇਹ ਸਭ ਛੇਤੀ ਹੀ ਖਤਮ ਹੋ ਜਾਣਗੇ। ਇਸ ਗੱਲ ਦਾ ਕੀ ਮਤਲਬ ਹੈ ਰਿੰਗੋ? ਧਰਤੀ ਕਿਵੇਂ ਖਤਮ ਹੋ ਸਕਦੀ ਹੈ? ਰਿੰਗੋ ਅਤੇ ਜਲਪਰੀ ਆਰੀਆ ਤੇਜ਼ੀ ਨਾਲ ਜਹਾਜ਼ ਦੇ ਡੈਕ ਤੱਕ ਗਏ। ਰਿੰਗੋ ਦਿਸ਼ਾ ਦੱਸਣ ਦੇ ਲਈ ਕਾਂ ਦੇ ਘੋਂਸਲੇ ਤੱਕ ਗਿਆ ਅਤੇ ਫਿਰ ਆਰੀਆ ਨੂੰ ਦੱਸਿਆ ਕਿ ਉਸ ਦੇ ਪਿਤਾ ਰਾਜਾ ਪੋਸਾਈਡਨ ਨੂੰ ਕੈਦੀ ਬਣਾ ਲਿਆ ਗਿਆ ਸੀ।
ਅਤੇ ਇਹ ਕਿ ਧਰਤੀ ਤੇ ਸਾਰੀ ਥਾਂ ਇੱਕੋ ਸਮੇਂ ਵਿੱਚ ਇੱਕ ਜਗ੍ਹਾ ਗਾਇਬ ਹੋਣ ਲੱਗੀ ਹੈ। ਜੇ ਤੁਸੀਂ ਕੁਝ ਨਾ ਕੀਤਾ ਆਰਿਆ ਤਾਂ ਇਹ ਜਹਾਜ਼ ਵੀ ਛੇਤੀ ਗਾਇਬ ਹੋ ਜਾਵੇਗਾ। ਉਹ ਸਾਰੇ ਲੋਕ ਜੋ ਪਾਣੀ ਦੇ ਥੱਲੇ ਨਹੀਂ ਰਹਿ ਸਕਦੇ ਗਾਇਬ ਹੋ ਜਾਣਗੇ। ਨਹੀਂ, ਇਹ ਬਹੁਤ ਦਰਦ ਭਰੀ ਭਿਆਨਕ ਗੱਲ ਹੋਵੇਗੀ। ਉਸੇ ਵੇਲੇ ਆਰਿਆ ਨੇ ਵੇਖਿਆ ਕਿ ਵੇਗਾ ਦਾ ਸੱਪ ਪਾਣੀ ਵਿੱਚ ਸੀ, ਜੋ ਚੁਪਕੇ ਨਾਲ ਜਹਾਜ਼ ਨੂੰ ਵੇਖ ਰਿਹਾ ਸੀ। ਇਹ ਸਭ ਸਮੁੰਦਰੀ ਚੁੜੈਲ ਵੇਗਾ ਦੇ ਕਰਕੇ ਹੀ ਹੋ ਰਿਹਾ ਹੋਣਾ। ਮੈਂ ਜਾਣਦੀ ਹਾਂ ਕਿ ਇਹ ਉਹੀ ਹੈ। ਮੈਨੂੰ ਉਸ ਨੂੰ ਰੋਕਣ ਦੇ ਲਈ ਸਮੁੰਦਰ ਵਿੱਚ ਵਾਪਸ ਜਾਣਾ ਚਾਹੀਦਾ ਹੈ ਮੇਰੇ ਰਾਜਕੁਮਾਰ। ਪ੍ਰਿੰਸ ਐਡਵਰਡ ਨੇ ਵੇਖਿਆ ਕਿ ਨੇੜੇ ਦੀ ਜ਼ਮੀਨ ਹੌਲੀ-ਹੌਲੀ ਗਾਇਬ ਹੋ ਰਹੀ ਸੀ। ਉਹ ਨਹੀਂ ਚਾਹੁੰਦਾ ਸੀ ਕਿ ਆਰਿਆ ਜਾਵੇ, ਪਰ ਉਸ ਦਾ ਆਪਣੇ ਚਾਲਕ ਦਲ ਦੇ ਨਾਲ ਰਹਿਣਾ ਬਹੁਤ ਜ਼ਰੂਰੀ ਸੀ, ਸੋ ਉਸਨੇ ਉਸ ਨੂੰ ਆਪਣੇ ਬਗੈਰ ਜਾਣ ਦਿੱਤਾ। ਮੈਂ ਤੈਨੂੰ ਇਕੱਲੇ ਨਹੀਂ ਜਾਣ ਦੇਣਾ ਚਾਹੁੰਦਾ ਆਰਿਆ, ਪਰ ਤੈਨੂੰ ਜਾਣਾ ਹੋਵੇਗਾ ਸਾਨੂੰ ਸਭ ਨੂੰ ਬਚਾਉਣ ਦੇ ਲਈ। ਜਲ ਪਰੀ ਆਰਿਆ ਡੈਕ ਵੱਲ ਤੁਰ ਪਈ ਅਤੇ ਉਸਨੇ ਆਪਣੇ ਸਮੁੰਦਰੀ ਦੋਸਤਾਂ ਦੇ ਲਈ ਸੀਟੀ ਵਜਾਈ। ਉਸਦੀ ਨਿੱਕੀ ਡਾਲਫਿਨ ਦੋਸਤ ਨੇ ਸਮੁੰਦਰ ਦੀ ਗਹਿਰਾਈ ਵਿੱਚ ਸੀਟੀ ਸੁਣੀ ਅਤੇ ਉਸ ਨੂੰ ਲੱਭਣ ਲਈ ਤੱਲੇ ਤੱਕ ਤੈਰ ਗਈ। ਜਿਵੇਂ ਹੀ ਆਰਿਆ ਨੇ ਡਾਲਫਿਨ ਨੂੰ ਆਂਦਿਆਂ ਵੇਖਿਆ, ਉਸਨੇ ਪਾਣੀ ਵਿੱਚ ਡੁਬਕੀ ਲਗਾਈ। ਜਿਵੇਂ-ਜਿਵੇਂ ਉਹ ਡੂੰਗੀ ਤੈਰਨ ਲੱਗੀ, ਉਸਦੇ ਪੈਰ ਕਰਾਮਾਤੀ ਤਰੀਕੇ ਨਾਲ ਫਿਰ ਤੋਂ ਜਲ ਪਰੀ ਦੀ ਪੂੰਛ ਵਿੱਚ ਬਦਲ ਗਏ। ਡਾਲਫੀ, ਅਸੀਂ ਵੇਗਾ ਦੀ ਗੁਫਾ ਵਿੱਚ ਜਾ ਰਹੇ ਹਾਂ। ਆਰਿਆ ਅਤੇ ਡਾਲਫੀ ਤੈਰਨ ਲੱਗੀਆਂ। ਦੁਸ਼ਟ ਚੁੜੈਲ ਪਹਿਲਾਂ ਤੋਂ ਹੀ ਆਪਣੀ ਗੁਫਾ ਵਿੱਚ ਸੀ, ਜਿੱਥੇ ਉਸਨੇ ਆਪਣੇ ਦਇਆਲੂ ਭਰਾ ਨੂੰ ਕੈਦ ਕਰ ਰੱਖਿਆ ਸੀ ਅਤੇ ਆਪਣੀ ਬੁਰਾਈ ਦੀ ਯੋਜਨਾ ਦੇ ਬਾਰੇ ਵਿੱਚ ਫੜੀਆਂ ਮਾਰ ਰਹੀ ਸੀ। ਜੇ ਤੂੰ ਮੈਨੂੰ ਸਮੁੰਦਰੀ ਰਾਜ ਨਹੀਂ ਦੇਵੇਂਗਾ ਤਾਂ ਤੇਰੀ ਲਾਡਲੀ ਧੀ ਆਰਿਆ ਤੇ ਉਸਦੇ ਸਾਰੇ ਮਨੁੱਖੀ ਦੋਸਤ ਮਹਾਸਾਗਰ ਵਿੱਚ ਨਸ਼ਟ ਹੋ ਜਾਣਗੇ। ਪਰ ਐਨ ਵਕਤ ਤੇ ਆਰਿਆ ਅਤੇ ਡਾਲਫੀ ਵੇਗਾ ਦੀ ਗੁਫਾ ਵਿੱਚ ਪਹੁੰਚ ਗਏ। ਡਾਲਫੀ ਘਬਰਾ ਗਈ, ਪਰ ਉਸਨੇ ਸੱਪ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ, ਜੋ ਸਾਹਮਣੇ ਦੇ ਦਰਵਾਜ਼ੇ ਦਾ ਪਹਿਰੇਦਾਰ ਸੀ। ਹਾਏ, ਮਾਫ ਕਰਨਾ, ਮੈਂ ਆਪਣਾ ਰਸਤਾ ਭਟਕ ਗਈ ਹਾਂ। ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਇੱਥੋਂ ਤੋਂ ਮਹਾਸਾਗਰ ਮਨੋਰੰਜਨ ਪਾਰਕ ਤੱਕ ਕਿਵੇਂ ਜਾਵਾਂ। ਮਨੋਰੰਜਨ ਪਾਰਕ ਕੀ ਇੱਥੇ ਕੋਈ ਮਨੋਰੰਜਨ ਪਾਰਕ ਹੈ? ਇੱਥੇ ਕਿੱਥੇ ਕਿਉਂਕਿ ਅਸੀਂ ਜਾਣਾ ਚਾਹੁੰਦੇ ਹਾਂ। ਓ ਹਾਂ, ਬੇਸ਼ੱਕ ਤੇ ਹੈ, ਬੜੀ ਮਜ਼ੇਦਾਰ ਜਗ੍ਹਾ ਹੈ। ਜਿਵੇਂ ਡਾਲਫੀ ਨੇ ਸੱਪ ਦਾ ਧਿਆਨ ਭਟਕਾਇਆ, ਆਰਿਆ ਚੁਪਕੇ ਨਾਲ ਦਾਖਲ ਹੋ ਗਈ। ਉਸਨੇ ਆਪਣੇ ਪਿਤਾ ਨੂੰ ਬੰਨੇ ਹੋਏ ਵੇਖਿਆ। ਫਿਰ ਉਸਨੇ ਆਪਣੇ ਪਿਤਾ ਦਾ ਜਾਦੂ ਦਾ ਤਿਰਸ਼ੂਲ ਅਤੇ ਚੁੜੈਲ ਦਾ ਵੱਡਾ ਜੜੀ ਬੂਟੀਆਂ ਵਾਲਾ ਕੈਬਿਨੇਟ ਵੇਖਿਆ। ਆਰਿਆ ਆਪਣੇ ਪਿਤਾ ਦੀ ਮਦਦ ਕਰਨ ਦੇ ਲਈ ਅੱਗੇ ਵਧੀ। ਚੱਲ ਹੁਣ ਭਰਾ, ਆਪਣਾ ਮੁਕਟ ਮੈਨੂੰ ਦੇ ਦੇ ਤੇ ਮੈਨੂੰ ਸਮੁੰਦਰੀ ਰਾਜ ਦੀ ਸ਼ਾਸਕ ਬਣਾ ਦੇ। ਆਰਿਆ ਨੇ ਆਪਣੇ ਪਿਤਾ ਦੀ ਛੜੀ ਫੜ ਲਈ ਤੇ ਵੇਗਾ ਦੇ ਪਿੱਛੇ ਚਲੀ ਗਈ। ਹਿੱਲਣਾ ਨਹੀਂ ਵੇਗਾ, ਤੂੰ ਇੱਥੇ ਕਿਵੇਂ ਆ ਗਈ? ਜਦੋਂ ਆਰਿਆ ਨੇ ਚੁੜੈਲ ਤੇ ਛੜੀ ਲਹਿਰਾਈ ਤਾਂ ਛੜੀ ਵਿੱਚੋਂ ਬਿਜਲੀ ਨਿਕਲੀ ਤੇ ਵੇਗਾ ਨੂੰ ਫੜ ਲਿਆ। ਸੱਪ! ਉਸ ਵੇਲੇ ਸੱਪ ਪਹਿਲਾਂ ਹੀ ਆਪਣੀ ਗਾਰਡ ਡਿਊਟੀ ਤੋਂ ਜਾ ਚੁੱਕਿਆ ਸੀ ਅਤੇ ਉਹ ਮਨੋਰੰਜਨ ਪਾਰਕ ਵਿੱਚ ਡਾਲਫੀ ਦੇ ਨਾਲ ਮਸਤੀ ਕਰ ਰਿਹਾ ਸੀ। ਉਸ ਨੂੰ ਵੇਗਾ ਦੀ ਮਦਦ ਲਈ ਚੀਖ ਵੀ ਨਹੀਂ ਸੁਣ ਰਹੀ ਸੀ। ਆਰਿਆ ਨੇ ਆਪਣੇ ਪਿਤਾ ਨੂੰ ਬਚਾਇਆ ਤੇ ਉਹਨਾਂ ਨੂੰ ਉਹਨਾਂ ਦਾ ਤਿਰਸ਼ੂਲ ਵਾਪਸ ਕੀਤਾ। ਆਰਿਆ ਅਤੇ ਰਾਜਾ ਪੋਸਾਈਡਨ ਗੁਫਾ ਤੋਂ ਤੁਰੰਤ ਨਿਕਲ ਗਏ। ਰਾਜਾ ਪੋਸਾਈਡਨ ਆਪਣੀ ਛੜੀ ਨਾਲ ਗੁਫਾ ਦਾ ਦਰਵਾਜ਼ਾ ਬੰਦ ਕਰਨ ਹੀ ਵਾਲੇ ਸੀ। ਪਿਤਾ ਜੀ ਰੁਕੋ, ਅਸੀਂ ਜਾਦੂ ਨੂੰ ਤੋੜੇ ਬਗੈਰ ਇੱਥੋਂ ਨਹੀਂ ਜਾ ਸਕਦੇ। ਜਲ ਪਰੀ ਫਟਾਫਟ ਅੰਦਰ ਗਈ ਤੇ ਕ੍ਰਿਸਟਲ ਮੋਤੀ ਦੇ ਵਸ਼ ਵਿੱਚ ਜ਼ਮੀਨ ਨੂੰ ਨਸ਼ਟ ਕਰਨ ਵਾਲੇ ਮੰਤਰ ਨੂੰ ਤੋੜਨ ਦੀ ਸਾਰੀ ਸਮੱਗਰੀ ਇੱਕ-ਇੱਕ ਕਰਕੇ ਇਕੱਠੀ ਕੀਤੀ। ਫਿਰ ਉਸਨੇ ਸਮੁੰਦਰ ਦੇ ਸੀਪ ਨੂੰ ਲਿਆ, ਜਿਸ ਵਿੱਚ ਜਾਦੂ ਦੀ ਧੂੜ ਸੀ। ਰੁਕੋ, ਉਸ ਨੂੰ ਨਾ ਲਵੋ, ਉਸ ਨੂੰ ਛੱਡ ਦਿਓ। ਭਾਵੇਂ ਉਹ ਬਿਜਲੀ ਨਾਲ ਬੰਨੀ ਹੋਈ ਸੀ, ਵੇਗਾ ਨੇ ਆਪਣੀ ਸਾਰੀ ਸ਼ਕਤੀ ਦੇ ਨਾਲ ਜ਼ਹਿਰੀਲੀ ਸ਼ਾਹੀ ਜਲ ਪਰੀ ਦੇ ਉੱਤੇ ਸੁੱਟ ਦਿੱਤੀ। ਪਰ ਜਲ ਪਰੀ ਫਟਾਫਟ ਵਾਪਸ ਆਪਣੇ ਪਿਤਾ ਦੇ ਪਿੱਛੇ ਚਲੀ ਗਈ ਅਤੇ ਜਦੋਂ ਆਰਿਆ ਗੁਫਾ ਤੋਂ ਬਾਹਰ ਆਈ ਤਾਂ ਰਾਜਾ ਨੇ ਗੁਫਾ ਨੂੰ ਵੱਡੇ-ਵੱਡੇ ਪੱਥਰਾਂ ਨਾਲ ਸੀਲ ਕਰ ਦਿੱਤਾ। ਜਲ ਪਰੀ ਸਮੁੰਦਰ ਦੀ ਸਤ੍ਹਾ ਵੱਲ ਜਿੰਨਾ ਤੇਜ਼ੀ ਨਾਲ ਤੈਰ ਸਕਦੀ ਸੀ ਤੈਰੀ।
ਇਹ ਵੇਖਣ ਦੇ ਲਈ ਕਿ ਜਾਦੂ ਟੁੱਟਿਆ ਹੈ ਜਾਂ ਨਹੀਂ। ਪ੍ਰਿੰਸ ਐਡਵਰਡ ਤੇ ਉਸ ਦਾ ਚਾਲਕ ਦਲ ਬਹੁਤ ਖੁਸ਼ ਸੀ ਜਦੋਂ ਉਹਨਾਂ ਨੇ ਵੇਖਿਆ ਕਿ ਦੂਰ ਦੀ ਜ਼ਮੀਨ ਫੇਰ ਤੋਂ ਨਜ਼ਰ ਆਉਣ ਲੱਗੀ ਹੈ। ਉਸਨੇ ਇਹ ਕੀਤਾ, ਦੇਖੋ। ਜਲ ਪਰੀ ਇੰਨੀ ਤੇਜ਼ੀ ਨਾਲ ਤੈਰ ਰਹੀ ਸੀ ਕਿ ਉਹ ਪਾਣੀ ਅੰਦਰ ਹਵਾ ਵਿੱਚ ਉੱਡਣ ਲੱਗੀ। ਤੇ ਫਿਰ ਆਪਣੇ ਪੈਰਾਂ ਦੇ ਨਾਲ ਡੈਕ ਤੇ ਉਤਰੀ। ਉਹ ਪ੍ਰਿੰਸ ਐਡਵਰਡ ਦੇ ਕੋਲ ਗਈ। ਮੇਰੀ ਰਾਜਕੁਮਾਰੀ, ਤੁਸੀਂ ਇਹ ਕਰ ਵਿਖਾਇਆ। ਤੁਸੀਂ ਸਾਰੇ ਮਨੁੱਖਾਂ ਅਤੇ ਧਰਤੀ ਦੇ ਜਾਨਵਰਾਂ ਦੀ ਜਾਨ ਬਚਾਈ ਹੈ। ਰਿੰਗੋ, ਜੋ ਦੂਰ ਦੀ ਜ਼ਮੀਨ ਤੇ ਉਡਾਰੀ ਭਰ ਕੇ ਆਇਆ ਸੀ, ਜਹਾਜ਼ ਤੇ ਉਤਰਿਆ ਅਤੇ ਆਰਿਆ ਨੂੰ ਧੰਨਵਾਦ ਕੀਤਾ। ਉਹ ਸਭ ਕੁਝ ਪਹਿਲਾਂ ਵਾਂਗ ਹੋ ਗਿਆ ਹੈ ਰਾਜਕੁਮਾਰੀ। ਸਾਰੇ ਰਾਜ ਅਤੇ ਧਰਤੀ ਬਹਾਲ ਹੋ ਰਹੇ ਹਨ। ਇਸ ਨਾਲ ਆਰਿਆ ਸੱਚਮੁੱਚ ਬਹੁਤ ਖੁਸ਼ ਹੋ ਗਈ ਤੇ ਉਹ ਤੇ ਰਾਜਕੁਮਾਰ ਖੁਸ਼ੀ-ਖੁਸ਼ੀ ਹੱਸਣ ਲੱਗੇ। ਇੱਧਰ ਵੇਗਾ ਦੇ ਸਹਾਇਕ ਸੱਪ ਨੂੰ ਅਹਿਸਾਸ ਹੋਇਆ ਕਿ ਉਹ ਮਨੋਰੰਜਨ ਪਾਰਕ ਵਿੱਚ ਇਕੱਲਾ ਸੀ ਅਤੇ ਜਦੋਂ ਉਹ ਡਰ ਕੇ ਸਮੁੰਦਰੀ ਚੁੜੈਲ ਦੇ ਕੋਲ ਗਿਆ, ਉਸਨੇ ਵੇਖਿਆ ਕਿ ਗੁਫਾ ਦਾ ਪ੍ਰਵੇਸ਼ ਦੁਆਰ ਬੰਦ ਸੀ। ਮੇਰੇ ਆਕਾਸ਼, ਕੀ ਤੁਹਾਨੂੰ ਪਤਾ ਹੈ ਕਿ ਪਾਣੀ ਵਿੱਚ ਇੱਕ ਵਾਟਰ ਪਾਰਕ ਹੈ ਗਾਇਸ? ਚਲਾ ਜਾ, ਆਪਣਾ ਮੂੰਹ ਬੰਦ ਰੱਖ ਸੱਪ। ਇੱਧਰ ਰਾਜਕੁਮਾਰ ਦੇ ਜਹਾਜ਼ ਤੇ ਜਲ ਪਰੀ ਨੇ ਰਾਜਕੁਮਾਰ ਐਡਵਰਡ ਨੂੰ ਮੈਜਿਕ ਸੀ ਸੈਂਡ ਦੇ ਨਾਲ ਮੈਜਿਕ ਸੀ ਸ਼ੈਲ ਦਿੱਤਾ। ਐਡਵਰਡ, ਹੁਣ ਕੁਝ ਵੀ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਇਸ ਰੇਤ ਦੀ ਵਰਤੋਂ ਕਰਕੇ ਕਦੇ ਵੀ ਇੱਕ ਸਮੁੰਦਰੀ ਮਾਨਵ ਬਣ ਸਕਦੇ ਹੋ। ਸਾਰੇ ਲੋਕੀ ਖੁਸ਼ ਸੀ ਕਿ ਉਹਨਾਂ ਦੀ ਧਰਤੀ ਬਹਾਲ ਹੋ ਗਈ ਹੈ ਤੇ ਰਾਜਕੁਮਾਰ ਅਤੇ ਰਾਜਕੁਮਾਰੀ ਨਵੀਂ ਧਰਤੀ ਦੀ ਤਲਾਸ਼ ਵਿੱਚ ਰੰਗੀਨ ਇੰਦਰ ਧਨੁਸ਼ ਦੇ ਥੱਲੇ ਸੋਹਣੇ ਸਮੁੰਦਰ ਵਿੱਚ ਚਲੇ ਗਏ।